ਕਹਿੰਦੇ ਚੰਨੀ ਸਾਹਿਬ ਸੁੰਡੀ ਵੇਖੀ ਜਾਂਦਾ। ਮੈਂ ਸੁੰਡੀ ਵੀ ਵੇਖਣੀ ਚਾਹੀਦੀ ਹੈ। ਜਦੋਂ ਅਸਲ ਜਿਹੜੀ ਸੁੰਡੀ ਪਈ ਹੈ ਚਿੱਟੀ ਸੁਖਬੀਰ ਸਿੰਘ ਬਾਦਲ ਦੀ ਕੌਮ ਨੂੰ, ਉਹ ਤਾਂ ਸੁੰਡੀ ਫੜਦਾ ਨਹੀਂਗਾ। ਫਿਰ ਜੇ ਉੱਥੇ ਜਾ ਸਕਦਾ ਹੈ ਵੀ ਉਹ ਬੰਦਾ ਬਗਰਾੜੀ ਕਿਉਂ ਨਹੀਂ ਆਇਆ? ਕਿਉਂਕਿ ਬਗਰਾੜੀ ਦੀ ਵਜ੍ਹਾ ਕਰਕੇ ਉਹ ਮੁੱਖ ਮੰਤਰੀ ਬਣਿਆ। ਚੱਕਣਾ ਤਾਂ ਚਾਹੀਦਾ ਸਿਰਸੇ ਸਾਧ ਨੂੰ, ਚੱਕਣਾ ਚਾਹੀਦਾ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ, ਤੇ ਚੱਕਣਾ ਚਾਹੀਦਾ ਸੀ ਡੀਜੀਪੀ ਸੈਣੀ ਨੂੰ। ਫੜ ਲਿਆ ਸਾਨੂੰ। ਨਵਜੋਤ ਸਿੱਧੂ ਇੱਕ ਡਰਾਮੇਬਾਜ਼ ਬੰਦਾ ਹੈ, ਦਿਸ਼ਾਹੀਨ ਬੰਦਾ ਹੈ, ਛੁਰਲ ਮੁਰਲ ਵੀ ਕਹਿ ਸਕਦੇ ਉਹਨੂੰ। ਤੇ ਫਿਰ ਮੈਨੂੰ ਦੱਸੋ, ਸਿੱਖਾਂ ਨੂੰ ਤਾਂ ਜੇਲ੍ਹ 'ਚ ਰੱਖਿਆ ਤੇ ਪ੍ਰਕਾਸ਼ ਸਿੰਘ ਬਾਦਲ ਜਵਾਬ ਦੇਵੇ ਸਿਰਸੇ ਵਾਲੇ ਸਾਧ ਨੂੰ ਕਿਉਂ ਨਹੀਂ ਅੰਦਰ ਰੱਖਿਆ? ਕੈਪਟਨ ਕਹਿੰਦਾ ਗੁਟਕਾ ਸਾਹਿਬ ਦੀ ਸਹੁੰ ਚੱਕ ਕੇ ਕਹਿੰਦਾ ਬਈ ਇਹ ਪੈੜਾਂ ਜਾਂਦੀਆਂ ਪ੍ਰਕਾਸ਼ ਸਿੰਘ ਬਾਦਲ ਦੇ ਘਰ ਨੂੰ। ਤੇ ਫਿਰ ਕੈਪਟਨ ਦੀ ਸਰਕਾਰ ਨੇ ਕੁਛ ਕੀਤਾ ਜੀ, ਬਾਦਲ ਨੂੰ ਫੜਿਆ। ਨਿਰੰਕਾਰੀ ਦਾ ਬੁੱਤ 250 ਫੁੱਟ ਦਾ ਕੱਢ ਦੇਣਾ। ਮੈਨੂੰ ਲੱਗਦਾ ਜਿੰਨੇ ਝੂਠ ਕੇਜਰੀਵਾਲ ਵੱਲ ਦਾ ਬੋਲਦਾ ਹੀ ਕੋਈ ਨਹੀਂ। ਇਹ ਸਾਰੇ ਇੱਕੋ ਥੈਲੀ ਦੇ ਬੱਟੇ ਆ। ਪੰਜਾਬ ਨੂੰ ਥੋੜੀ ਸੋਚ ਵਿਚਾਰ ਨਾਲ ਚੱਲਣਾ ਚਾਹੀਦਾ। ਇਹਨਾਂ ਤੋਂ ਪੰਜਾਬ ਦਾ ਨਾ ਅੱਜ ਭਲਾ ਹੋ ਸਕਦੇ, ਕੱਲ੍ਹ ਭਲਾ ਹੋ ਸਕਦੇ। 14 ਅਕਤੂਬਰ ਨੂੰ ਦੋ ਸਿੰਘਾਂ ਦੀ ਜਿਹੜੀ ਸ਼ਹੀਦੀ ਹੈ ਉਹ ਮਨਾਈ ਜਾ ਰਹੀ ਹੈ। ਉੱਥੇ ਭਈ ਸਾਰੇ ਪਹੁੰਚਣ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕ ਵਾਈ ਟੀਵੀ ਤੇ ਮੈਂ ਮਨਿੰਦਰਜੀਤ ਸਿੱਧੂ। ਦੋਸਤੋ, ਬਾਈਬਲ ਕਲਾਂ ਗੋਲੀकांड ਨੂੰ 6 ਸਾਲ ਹੋ ਗਿਆ ਤੇ 6ਵਾਂ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ 14 ਤਰੀਕ ਨੂੰ, 14 ਅਕਤੂਬਰ ਨੂੰ। ਬੜਾ ਦਰਦ ਹੈ ਕਿਉਂਕਿ 6 ਸਾਲ ਹੋਣ ਤੇ ਵੀ ਜਿਹੜਾ ਇਨਸਾਫ ਨਹੀਂ ਮਿਲਿਆ ਹਾਲੇ ਤੱਕ। ਤੇ ਨਾਲ ਹੀ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਨਾ, ਉਸ ਤੇ ਹਾਲੇ ਤੱਕ ਕੋਈ ਵਧੀਆ ਤਰੀਕੇ ਦੇ ਨਾਲ ਜਾਂਚ ਹੋ ਕੇ ਤੇ ਦੋਸ਼ੀਆਂ ਤੇ ਜਿਨ੍ਹਾਂ ਦਾ ਅਸਲ ਕਿਹਾ ਜਾ ਰਿਹਾ ਕਿ ਅਸਲ ਹੱਥ ਆ ਉਹਨਾਂ ਤੱਕ ਪਹੁੰਚ ਕੀਤੀ ਗਈ ਹੈ। ਇਸ ਵਿਸ਼ੇ ਤੇ ਨਾਲ ਹੀ ਜਿਹੜਾ ਪੰਜਾਬ ਦੇ ਵਿੱਚ ਨਿਯੁਕਤੀ ਹੋਈ ਹੈ ਡੀਜੀਪੀ ਤੇ ਏਜੀ ਦੀ, ਉਸ ਦੇ ਵਿਸ਼ੇ ਤੇ ਨਾ ਤੇ ਕੁਝ ਹੋਰ ਗੱਲਾਂ ਬਾਤਾਂ ਕਰਾਂਗੇ। ਸਾਡੇ ਨਾਲ ਜਸਕਰਨ ਸਿੰਘ ਕਾਂਤ ਸਿੰਘ ਵਾਲਾ, ਉਹਨਾਂ ਨਾਲ ਗੱਲਬਾਤ। ਸਵਾਗਤ ਹੈ ਜੀ ਤੁਹਾਡਾ। ਸਭ ਤੋਂ ਪਹਿਲਾਂ ਲੋਕਵਾਜ ਟੀਵੀ ਤੇ ਸਿੱਧੂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 1 ਜੂਨ ਨੂੰ 2015 ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਇੱਕ ਗਿਣੀ ਮਿਤੀ ਸਾਜ਼ ਦੇ ਤਹਿਤ, ਇੱਕ ਪਲੈਨਿੰਗ ਤੇ ਨੀਤੀ ਦੇ ਤਹਿਤ ਸਿਰਸੇ ਵਾਲੇ ਸਾਧ ਵੱਲੋਂ ਕੀਤੀ ਗਈ। ਤੇ ਸੁਖਬੀਰ ਸਿੰਘ ਬਾਦਲ ਨੇ ਸਿਰਸੇ ਵਾਲੇ ਸਾਧ ਨੂੰ ਕੁਝ ਨਹੀਂ ਕਿਹਾ। ਉਹਦੀ ਫਿਲਮ ਮੈਸੇਂਜਰ ਆਫ ਗੋਡ ਉਹਦੀ ਰਾਖੀ ਕਰਦਾ ਰਿਹਾ। ਅਸੀਂ ਕਿਹਾ ਸੀ 6 ਬੰਦੇ ਫੜ ਲਓ ਤੇ ਇਹਦੇ 'ਚ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਹੈ, ਪਰ ਉਹਨਾਂ ਨੇ ਉਹਨੂੰ ਫੜਨ ਦੀ ਬਜਾਏ ਸਾਨੂੰ ਫੜ ਲਿਆ ਤੇ ਸਾਨੂੰ ਜੇਲ੍ਹਾਂ ਦੇ ਵਿੱਚ ਰੱਖਿਆ। ਨਾ ਜਸਟਿਸ ਜੋਰਾ ਸਿੰਘ ਨੇ ਕੁਛ ਸਾਨੂੰ ਦਿੱਤਾ, ਬਿਆਨ ਹੀ ਨਹੀਂ ਲਏ ਸਾਡੇ, ਨਾ ਸਾਡੇ CBI ਨੇ ਬਿਆਨ ਲਏ। ਅਸੀਂ CBI ਦੀ ਸ਼ਿਕਾਇਤ ਕੀਤੀ ਪਰ ਸਾਨੂੰ ਬੁਲਾ ਲਿਆ ਪਰ ਬਿਆਨ ਨਹੀਂ ਲਏ। ਉਸ ਤੋਂ ਬਾਅਦ ਨਾ ਤਾਂ ਸਾਡੇ ਬਿਆਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਕੇਸ 'ਚ ਲਏ ਹੈ, ਨਾ ਸਾਡੇ ਬਿਆਨ ਇਹਨਾਂ ਨੇ ਜਿਹੜਾ ਗੋਲੀकांड ਹੋਇਆ ਉਹਦੇ 'ਚ ਲਏ ਹੈ। ਸਾਡੇ ਤਾਂ ਬਿਆਨ ਲਏ ਹੀ ਨਹੀਂ ਇਹਨਾਂ ਨੇ। ਇੱਕ ਜਗ੍ਹਾ ਤੇ ਸਾਡੇ ਬਿਆਨ ਲਏ ਹੈ, ਉਹ ਜਸਟਿਸ ਰਣਜੀਤ ਸਿੰਘ ਨੇ, ਉਹ ਵੀ ਅਸੀਂ ਧੱਕੇ ਨਾਲ ਕੀਤੇ ਆ, ਵਿਰੋਧ ਕਰਕੇ ਫਿਰ ਸਾਡੇ ਬਿਆਨ ਲਏ ਹੈ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਜਦੋਂ ਸਾਨੂੰ ਸਰਕਾਰਾਂ ਨੇ ਕਿਸੇ ਨੇ ਇਨਸਾਫ ਹੀ ਨਹੀਂ ਦਿੱਤਾ, ਤੇ ਤੁਸੀਂ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਕੌਮ ਨੂੰ ਜਵਾਬ ਦਿਓ ਬਈ, ਕਿਉਂਕਿ ਜਵਾਬ ਤਾਂ ਦੇਣਾ ਬਣਨਾ ਹੈ। ਜਵਾਬ ਦਿੱਤੇ ਬਿਨਾਂ ਖੜਾ ਨਹੀਂ ਸਰਨਾ। ਵੀ ਜਿਹੜੇ ਸਾਡੇ 2 ਨੌਜਵਾਨ ਕ੍ਰਿਸ਼ਨ ਭਗਵਾਨ ਤੇ ਗੁਰਜੀਤ ਸਿੰਘ ਸਰਾਵਾਂ, ਜਿਨ੍ਹਾਂ ਦੀ ਬਰਸੀ 14 ਅਕਤੂਬਰ 2021 ਨੂੰ ਗੁਰਦੁਆਰਾ ਟਿੱਬੀ ਸਾਹਿਬ ਹਰ ਸਾਲ ਤਰ੍ਹਾਂ ਦੀ ਐਤਕੀ ਵੀ ਹੋ ਰਹੀ ਹੈ, ਵੀ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਮੇਤ ਸਿੰਘ ਸੈਣੀ ਨੇ, ਸੁਖਬੀਰ ਸਿੰਘ ਨੇ, ਪ੍ਰਕਾਸ਼ ਸਿੰਘ ਬਾਦਲ ਨੇ ਤੇ ਇਹਦੀ ਸਾਰੀ ਚੰਡਾਲ ਚੌਂਕੜੀ ਨੇ ਜਦੋਂ ਗੋਲੀਆਂ ਸਿੱਧੀਆਂ ਮਾਰਤੀਆਂ, ਇੱਥੇ ਕਹਿੰਦੇ ਸ਼ਨਾਖਤ ਹੋ ਗਈ ਕਿ ਗੁਰਜੀਤ ਸਿੰਘ ਵੀ ਸ਼ਹੀਦ ਹੋ ਗਏ ਹੈ ਤੇ ਕ੍ਰਿਸ਼ਨ ਭਗਵਾਨ ਸਿੰਘ ਸ਼ਹੀਦ ਹੋ ਗਏ, ਤੇ ਫਿਰ ਪੁਲਿਸ ਅਣਪਛਾਤੀ ਕਿਵੇਂ ਹੋ ਗਈ? ਹੁਣ ਪ੍ਰਕਾਸ਼ ਸਿੰਘ ਬਾਦਲ ਇਹ ਜਵਾਬ ਦੇਵੇ ਕਿ ਇਹ ਜਿਹੜੀਆਂ ਗੋਲੀਆਂ ਪਾਕਿਸਤਾਨ ਦੀ ਪੁਲਿਸ ਨੇ ਮਾਰੀਆਂ ਕਿ ਅਮਰੀਕਾ, ਕੈਨੇਡਾ, ਜਰਮਨ ਦੀ ਕਿਹੜੀ ਮੁਲਕ ਨੇ ਗੋਲੀਆਂ ਮਾਰੀਆਂ? ਕਿਵੇਂ ਅਣਪਛਾਤੀ ਹੋ ਗਈ? ਜਦੋਂ ਕਿ ਉਹਦਾ ਜਦੋਂ ਰੋਜ਼ਨਾਮੇ 'ਚ ਲਿਖਦਾ, ਉਹਦੀ ਹਾਜ਼ਰੀ ਪੈ ਕੇ ਆਉਂਦੀ ਹੈ, ਇੱਥੋਂ ਤੱਕ ਕਿਹੜੀ ਗਨ ਹੈ, ਕਿੰਨੇ ਕਾਰਤੂਸ ਹੈ, ਕਿੰਨੇ ਘੰਟੇ ਡਿਊਟੀ, ਉਹ ਤਾਂ ਸਾਰਾ ਉਹ ਅਣਪਛਾਤੀ ਕਿਵੇਂ ਹੋ ਗਈ? ਇਸ ਕਰਕੇ ਜਾਣ ਕੇ ਇਹਨਾਂ ਨੂੰ ਸਿੱਖਾਂ ਨੂੰ ਤੇ ਜ਼ੁਲਮ ਕੀਤਾ। ਤੇ ਫਿਰ ਜਦੋਂ ਸਾਨੂੰ ਇਨਸਾਫ ਹੀ ਨਾ ਦਿੱਤਾ, ਉਦੋਂ ਬਾਅਦ ਅਸੀਂ ਧਰਨੇ ਲਾਏ, ਮੁਜ਼ਾਹਰੇ ਕੀਤੇ, ਸਰਬੱਤ ਖਾਲਸਾ ਆਇਆ। ਫਿਰ ਸਾਨੂੰ
ਘੱਟੋ ਘੱਟ 8-8 ਮਹੀਨੇ ਜੇਲ੍ਹ ਦੇ ਵਿੱਚ ਰੱਖਿਆ। ਤੇ ਫਿਰ ਮੈਨੂੰ ਦੱਸੋ, ਸਿੱਖਾਂ ਨੂੰ ਤਾਂ ਜੇਲ੍ਹ 'ਚ ਰੱਖਿਆ ਤੇ ਪ੍ਰਕਾਸ਼ ਸਿੰਘ ਬਾਦਲ ਜਵਾਬ ਦੇਵੇ ਸਰਸੇ ਵਾਲੇ ਸਾਧ ਨੂੰ ਕਿਉਂ ਨਹੀਂ ਅੰਦਰ ਰੱਖਿਆ, ਸਮੇਤ ਸਿੰਘ ਸੈਣੀ ਨੂੰ ਅੰਦਰ ਕਿਉਂ ਨਹੀਂ ਰੱਖਿਆ? ਜੇ ਕਾਨੂੰਨ ਸਾਰਿਆਂ ਦੇ ਬਰਾਬਰ ਆ, ਹਾਈ ਕੋਰਟ ਜਵਾਬ ਦੇਵੇ ਪ੍ਰਕਾਸ਼ ਸਿੰਘ ਬਾਦਲ ਅੰਦਰ ਕਿਉਂ ਨਹੀਂ ਗਿਆ? ਜਦੋਂ ਇੱਕ ਰਾਮਦੇਵ ਦਿੱਲੀ ਦੇ ਵਿੱਚ ਇੱਕ ਮੁਜ਼ਾਹਰਾ ਕਰ ਦਿੰਦਾ, ਇੱਕ ਮੁਜ਼ਾਹਰਾ ਕਰ ਦਿੰਦਾ ਹੈ ਤੇ ਉਹਦੇ ਤੇ ਬਾਛੜ ਹੋ ਜਾਂਦੀ ਪਾਣੀ ਦੀ ਤੇ ਲਾਠੀ ਚ ਕਰ ਜਾਂਦਾ, ਤੜਕੇ ਨੂੰ ਹਾਈ ਕੋਰਟ ਸੂਓ ਮੋਟੋ ਐਕਸ਼ਨ ਲੈ ਲੈਂਦੀ ਹੈ। ਕਹਿੰਦੇ ਕਾਨੂੰਨ ਦੇ ਮੁਤਾਬਕ ਸਾਰੇ ਬਰਾਬਰ ਹੈ ਤੇ ਇਹ ਧਰਨਾ ਮੁਜ਼ਾਹਰਾ ਕਰ ਸਕਦਾ। ਵਾਰਨਿੰਗ ਦਿੰਦੀ ਹੈ ਡੀਜੀ ਦਿੱਲੀ ਨੂੰ ਕਿ ਇਹਨੂੰ ਬਿਲਕੁਲ ਅੱਗੇ ਤੋਂ ਇਹੋ ਜਿਹਾ ਕੰਮ ਕਰੂਗਾ, ਕਿਉਂ ਕੀਤਾ ਵੀ ਇਹਨੂੰ ਰੋਕਣਾ ਨਹੀਂ। ਤੇ ਫਿਰ ਜਦੋਂ ਹਾਈ ਕੋਰਟ ਸਾਡੀ ਤੇ ਸੁਪਰੀਮ ਕੋਰਟ ਸੂਓ ਮੋਟੋ ਲੈ ਕੇ ਤੇ ਇਹਨਾਂ ਨੂੰ ਅੰਦਰ ਕਰ ਦਿੰਦੀ ਕਿ ਭਈ ਕਾਨੂੰਨ ਸਾਰਿਆਂ ਲਈ ਆ, ਗੋਲੀ ਕਿਹਨੇ ਮਾਰੀ ਇਹਨੂੰ ਕਰੋ ਅੰਦਰ। ਇਸ ਕਰਕੇ ਸੁਪਰੀਮ ਕੋਰਟ ਤੇ ਸਾਡੀ ਹਾਈ ਕੋਰਟ ਵੀ ਚੁੱਪ ਕਰ ਗਈ। ਨਾ ਨੈਸ਼ਨਲ ਹਿਊਮਨ ਰਾਈਟਸ ਬੋਲਿਆ, ਨਾ ਸਿੱਖਾਂ ਦਾ ਜਿਹੜਾ ਮਿਨੋਰਟੀ ਕਮਿਸ਼ਨ ਸੀ ਉਹ ਵੀ ਨਹੀਂ ਬੋਲਿਆ, ਘੱਟ ਗਿਣਤੀ ਕਮਿਸ਼ਨ ਵੀ ਨਹੀਂ ਬੋਲਿਆ। ਤੇ ਫਿਰ ਇਹ ਜਦੋਂ ਸਾਰਾ ਕੁਝ ਹੋ ਗਿਆ, ਉਦੋਂ ਬਾਅਦ ਅਸੀਂ ਧਰਨੇ ਲਾਏ, ਮੁਜ਼ਾਹਰੇ ਕੀਤੇ, ਸੜਕਾਂ ਜਾਮ ਕੀਤੀਆਂ, ਸਾਰਾ ਕੁਝ ਚੱਲਿਆ, ਤੁਸੀਂ ਦੇਖਿਆ ਹੀ ਆ। ਫਿਰ ਉਦੋਂ ਬਾਅਦ ਕੈਪਟਨ ਕਹਿੰਦਾ ਗੁਟਕਾ ਸਾਹਿਬ ਦੀ ਸਹੁੰ ਚੱਕ ਕੇ ਕਹਿੰਦਾ ਬਈ ਇਹ ਪੈੜਾਂ ਜਾਂਦੀਆਂ ਪ੍ਰਕਾਸ਼ ਸਿੰਘ ਬਾਦਲ ਦੇ ਘਰ ਨੂੰ ਤੇ ਮੈਂ 3 ਮਹੀਨਿਆਂ 'ਚ ਇਹ ਵੀ ਚੱਕ ਦੂੰ ਤੇ ਚਿੱਟਾ ਤੇ ਜਿਹੜਾ ਸਾਰਾ ਕੁਝ ਚੱਕ ਜੂੰ। ਤੇ ਫਿਰ ਹੁਣ ਤੁਸੀਂ ਦੱਸੋ 4.5 ਸਾਲ ਬੀਤ ਗਏ ਆ ਤੇ ਫਿਰ ਕੈਪਟਨ ਦੀ ਸਰਕਾਰ ਨੇ ਕੁਝ ਕੀਤਾ ਜੀ, ਬਾਦਲ ਨੂੰ ਫੜਿਆ। ਜਦੋਂ ਬਗਰਾੜੀ ਤੋਂ ਮੰਤਰੀ ਗਏ 195 ਦਿਨ 9 ਦਸੰਬਰ ਨੂੰ 18 ਨੂੰ ਰੰਧਾਵਾ ਸਾਹਿਬ ਗਏ ਤੇ ਆਪਣਾ ਬਾਜਵਾ ਸਾਹਿਬ ਗਏ, ਕਿੱਕੀ ਢਿੱਲੋਂ ਗਿਆ, ਕੁਲਬੀਰ ਜੀਰਾ ਗਿਆ ਤੇ ਹਰਮਿੰਦਰ ਗਿੱਲ ਇੱਥੋਂ ਕਹਿ ਕੇ ਗਏ ਤੇ ਗੁਰੂ ਗ੍ਰੰਥ ਸਾਹਿਬ ਨੇ ਹੱਥ ਚੱਕ ਕੇ ਗਏ ਤੇ ਉਹ ਵੀ ਮੂਕ ਦਰਸ਼ਕ ਹੋ ਗਏ। ਹੁਣ ਕਹਿੰਦੇ ਕੈਪਟਨ ਨਹੀਂ ਮੰਨਦਾਗਾ, ਹੈਂ ਉਹਨਾਂ ਨਾਲ ਰਲਿਆ ਸੀ ਵੀ ਕਹਿੰਦੇ ਰਲਿਆ ਹੋਇਆ। ਫਿਰ ਵੇਖੋ ਗੁਰੂ ਗ੍ਰੰਥ ਸਾਹਿਬ ਕਰਕੇ ਉਹਦੀ ਗੱਦੀ ਚਲੀ ਗਈ, ਗੁਰੂ ਸਾਹਿਬ ਕੇ ਚਲੀ, ਬਾਦਲ ਦੀ ਵੀ ਗੱਦੀ ਗਈ, ਬਿਲਕੁਲ ਗੱਦੀ ਗਈ ਕਿ ਨਾ। ਹੁਣ ਤੁਸੀਂ ਮੈਨੂੰ ਦੱਸੋ ਬਈ ਜਦੋਂ ਜਮਹੂਰੀਅਤ ਕੀ ਕਹਿੰਦੀ ਹੈ, ਜਦੋਂ ਸਾਡਾ ਕੋਈ ਰਾਸ਼ਟਰਪਤੀ ਸੁਣੇ ਨਾ, ਪ੍ਰਧਾਨ ਮੰਤਰੀ ਸੁਣੇ ਨਾ, ਚੀਫ ਮਿਨਿਸਟਰ ਸੁਣੇ ਨਾ, ਵਿਰੋਧ ਦੀ ਧਿਰ 'ਚ ਗੱਲ ਨਾ ਹੋਵੇ, ਕੋਈ ਐਮਐਲਏ ਸੁਣੇ ਨਾ, ਐਸਜੀਪੀਸੀ ਦਾ ਮੈਂਬਰ ਸੁਣੇ ਨਾ, ਪ੍ਰਧਾਨ ਸੁਣੇ ਨਾ, ਫਿਰ ਜਮਹੂਰੀਅਤ ਕੀ ਕਹਿੰਦੀ ਹੈ? ਸੰਵਿਧਾਨ ਦੀ ਧਾਰਾ 14-19 ਤੁਸੀਂ ਧਰਨਾ ਵੀ ਲਾ ਸਕਦੇ ਹੋ, ਮੁਜ਼ਾਹਰਾ ਵੀ ਕਰ ਸਕਦੇ ਹੋ, ਸੜਕ ਜਾਮ ਵੀ ਕਰ ਸਕਦੇ ਹੋ। ਜਦੋਂ ਕੈਪਟਨ ਨੇ ਨਾ ਸੁਣੀ ਸਾਡੀ ਗੱਲ ਤੇ ਅਸੀਂ 1 ਜੂਨ ਨੂੰ ਆਰਡਰ ਕੀਤਾ ਕਿ ਅਸੀਂ 1 ਜੁਲਾਈ ਨੂੰ ਧਰਨਾ ਮੋਰਚਾ ਲਾਵਾਂਗੇ। ਠੀਕ ਹੈ। ਅਸੀਂ ਉਹਦੇ ਮੁਤਾਬਕ ਸਰਕਾਰ ਦੀ ਕੰਨ ਤੇ ਜੂਨਾ ਅਸੀਂ ਮੋਰਚਾ ਲਾਇਆ। ਸਾਨੂੰ ਤਾਂ ਪੁਲਿਸ ਭੇਰਦੀ ਫਿਰਦੀ ਹੈ, ਸਾਡੇ ਤਾਂ ਘਰਾਂ ਤੱਕ ਵੀ ਜਾਂਦੀ ਹੈ, ਸਾਡੀਆਂ ਗੱਡੀਆਂ ਵੀ ਚੈੱਕ ਕਰਦੀ ਹੈ, ਸਾਡੇ ਸਵੇਰੇ ਸ਼ਾਮ ਵੀ ਸਾਨੂੰ ਪਤਾ ਕੀ ਕਹਿੰਦੀ ਹੈ, ਰਾਤ ਕਿੱਥੇ ਹੋ ਜੀ, ਦਿਨੇ ਕਿੱਥੇ ਹੋ ਜੀ, ਮਾਨ ਸਾਹਿਬ ਹੁਣ ਕਿੰਨੇ ਵਜੇ ਉੱਠਣਗੇ ਜੀ। ਇਹ ਸਾਰਾ ਕੁਝ ਸਾਡੀ ਤਾਂ ਪੜਤਾਲ ਹੋ ਰਹੀ ਹੈ ਤੇ ਸਿਰਸੇ ਵਾਲੇ ਦੀ ਪੜਤਾਲ ਕਿਉਂ ਨਹੀਂ ਹੋ ਰਹੀ, ਪ੍ਰਕਾਸ਼ ਸਿੰਘ ਬਾਦਲ ਦੀ ਕਿਉਂ ਨਹੀਂ? ਫਿਰ ਇੱਥੋਂ ਚੱਕ ਲਿਆ, ਸਾਨੂੰ ਇੱਥੋਂ ਚੱਕਿਆ, ਜਮਹੂਰੀਅਤ ਅਸੀਂ ਸਾਨੂੰ ਚੱਕ ਲਿਆ। ਚੱਕਣਾ ਤਾਂ ਚਾਹੀਦਾ ਸਿਰਸੇ ਵਾਲੇ ਸਾਧ ਨੂੰ, ਚੱਕਣਾ ਚਾਹੀਦਾ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ, ਤੇ ਚੱਕਣਾ ਚਾਹੀਦਾ ਸੀ ਡੀਜੀਪੀ ਸੈਣੀ ਨੂੰ। ਫੜ ਲਿਆ ਸਾਨੂੰ ਜਦੋਂ ਇੱਥੋਂ ਫੜ ਲਿਆ, ਅਸੀਂ ਰੋਜ਼ ਧਰਨੇ ਮੁਜ਼ਾਹਰੇ ਦੇ ਰਹੇ ਹਾਂ। ਕਹਿੰਦੇ ਪ੍ਰਬੰਧ ਬਦਲ ਗਿਆ, ਅਸੀਂ ਕਹਿੰਦੇ ਪ੍ਰਬੰਧ ਤਾਂ ਬਦਲ ਗਿਆ, ਇਹ ਤਾਂ ਇੰਡੀਅਨ ਸਟੇਟ ਆ ਨਾ। ਕਹਿੰਦੇ ਚੰਨੀ ਸਾਹਿਬ ਬੜੇ ਵਧੀਆ ਕੰਮ ਕਰੇ, ਮੈਂ ਚੰਗੀ ਗੱਲ ਵੀ ਇੱਕ ਲੋਕਾਂ ਦੇ ਵਿੱਚੋਂ ਇੱਕ ਸਿੱਖ ਬਣਿਆ, ਜਿਹੜਾ ਬਣਿਆ। ਇਹ ਦਲਤ ਕੋਈ ਨਹੀਂ, ਸਿੱਖ ਕਦੇ ਦਲਤ ਨਹੀਂ ਹੋਇਆਗਾ, ਐਵੇਂ ਕੋਈ ਨਿੰਦੀ ਜਾਂਦੇ ਦਲਤ ਕੋਈ ਨਹੀਂ, ਕਿਉਂਕਿ ਸਿੱਖਾਂ ਦੇ ਵਿੱਚ ਤਾਂ ਕੋਈ ਹੈ ਹੀ ਨਹੀਂ ਦਲਤ, ਹੈ ਜਾਤ ਪਾਤ ਹੈ ਹੀ ਨਹੀਂ। ਉਹ ਬਣਿਆ ਸਿੱਖ, ਪਰ ਉਹ ਫਿਰ ਚਲਾ ਗਿਆ ਹਰਿਮੰਦਰ ਸਾਹਿਬ, ਚੰਗੀ ਗੱਲ ਹੈ। ਉਦੋਂ ਬਾਅਦ ਧਾਰਮਿਕ ਸਥਾਨ ਚਲਾ ਗਿਆ, ਹਿੰਦੂ ਵੀਰਾਂ ਦੇ ਵੀ ਗਿਆ, ਮੁਸਲਮਾਨਾਂ ਦੇ ਸਾਰਿਆਂ ਦੇ ਗਿਆ, ਮਿਲਦਾ ਜਾਂਦਾ। ਕਹਿੰਦਾ ਜੀ ਬੱਚਿਆਂ ਵਾਰੀ ਐਵੇਂ ਗੱਲਾਂ ਕਰਦਾ ਜੀ, ਕਹਿੰਦੇ ਇਹ ਬੱਚਿਆਂ ਵਾਰੀਆਂ ਗੱਲਾਂ ਕਰੀ ਜਾਂਦਾ। ਇਹ ਕਹਿੰਦਾ ਜੀ ਟੈਲੀਫੋਨ ਚੱਕ ਲੈਂਦਾ ਜੀ, ਉਹ ਸਾਡਾ ਤਾਂ ਚੱਕਿਆ ਨਹੀਂ ਕਦੇ, ਹੈਂ। ਉਹ ਕਹਿੰਦਾ ਟੈਲੀਫੋਨ ਚੱਕ ਲੈਂਦਾ ਭਾਵੇਂ 1 ਵਜੇ ਕਰੋ, ਨਾ ਤਾਂ ਸਾਡੇ ਮੈਸੇਜ ਦਾ ਵੀ ਜਵਾਬ ਦਿੰਦਾ ਉਹ। ਫਿਰ ਕਹਿੰਦਾ ਜੀ ਇਹ ਤਾਂ ਜੀ ਐਡਾ ਹੈ, ਬੜੀ ਛੇਤੀ ਇਹਨੇ ਬਿਜਲੀ ਵੀ ਮਾਫ ਕਰਤੀ, ਇਹਨੇ ਯੂਨਿਟ ਵੀ ਮਾਫ ਕਰਤੇ, ਨੇ ਆ ਵੀ ਕਰਤਾ। ਕਹਿੰਦੇ ਚੰਗੀ ਗੱਲ ਹੈ, ਜਿਹੜੇ ਨਹੀਂ ਕਰਨੀ ਚਾਹੀਦੀ ਹੈ। ਫਿਰ ਕਹਿੰਦੇ ਜੀ ਇੱਥੇ ਆ ਗਿਆ ਗੁਲਾਬੀ ਸੁੰਡੀ ਪੈ ਗਈ, ਸੁੰਡੀ ਵੇਖੀ ਜਾਂਦਾ ਤੇ ਸੁੰਡੀ ਵੇਖੀ ਜਾਂਦਾ। ਮੈਂ ਕਿਹਾ ਸੁੰਡੀ ਵੀ ਵੇਖਣੀ ਚਾਹੀਦੀ ਹੈ। ਸੁੰਡੀ ਤੋਂ ਬਾਅਦ ਉਹ ਫੇਰ ਮੁੜ ਜਾਂਦਾ। ਜਦੋਂ ਅਸਲ ਜਿਹੜੀ ਸੁੰਡੀ ਪਈ ਹੈ ਚਿੱਟੀ ਸੁਖਬੀਰ ਸਿੰਘ ਬਾਦਲ ਦੀ ਕੌਮ ਨੂੰ, ਉਹ ਤਾਂ ਸੁੰਡੀ ਫੜਦਾ ਨਹੀਂਗਾ। ਫਿਰ ਜੇ ਉੱਥੇ ਜਾ ਸਕਦਾ ਹੈ ਵੀ ਉਹ ਬੰਦਾ ਬਗਰਾੜੀ ਕਿਉਂ ਨਹੀਂ ਆਇਆ, ਕਿਉਂਕਿ ਬਗਰਾੜੀ ਦੀ ਵਜ੍ਹਾ ਕਰਕੇ ਉਹ ਮੁੱਖ ਮੰਤਰੀ ਬਣਿਆ। ਕਿਉਂਕਿ ਮੁੱਦਾ ਸਿੱਧੂ ਵੀ ਕਹਿੰਦਾ ਮੈਂ ਫੜ ਲੂੰ, ਓਏ ਕਿਉਂ ਨਹੀਂ ਆਇਆ? ਦੇਖੋ ਉਹਦਾ ਫਰਜ਼ ਸੀ। ਉਹਨਾਂ ਦੇ ਬਣਨ ਦੇ ਨਾਲ ਹੀ ਇੱਕ ਸਵਾਲ ਉੱਠ ਖੜਦਾ ਜਿਹਦੇ ਤੇ ਨਵਜੋਤ ਸਿੰਘ ਸਿੱਧੂ ਅਸਤੀਫਾ ਦੇ ਦਿੰਦੇ ਆ। ਉਹ ਹੈ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਡੀਜੀਪੀ ਲਾਉਣ ਦਾ, ਤੇ ਨਾਲ ਹੀ
ਏਪੀਐਸ ਦਿਓਲ ਨੂੰ ਲਾਉਣ ਦਾ ਵੀ ਉਹ ਨਵਜੋਤ ਸਿੰਘ ਸਿੱਧੂ ਇਹ ਕਹਿੰਦੇ ਆ ਕਿ ਉਹਨਾਂ ਵਿਅਕਤੀਆਂ ਨੂੰ ਲਾ ਦਿੱਤਾ ਜਿਨ੍ਹਾਂ ਨੇ ਉਸ ਸਮੇਂ ਵੀ ਜਾਂਚ ਦੇ ਦੌਰਾਨ ਸਿੱਖਾਂ ਉੱਪਰ ਹੀ ਜਿਹੜੀ ਹੈ ਬੇਅਦਬੀ ਨੂੰ ਮੜਨ ਦਾ ਕੋਸ਼ਿਸ਼ ਕੀਤੀ ਤੇ ਨਾਲ ਹੀ ਸੈਣੀ ਦਾ ਕਹਿੰਦੇ ਵਕੀਲ ਹੈ ਉਹਦੇ ਬਾਰੇ ਕਹੋ। ਠੀਕ ਗੱਲ ਹੈ। ਨਵਜੋਤ ਸਿੱਧੂ ਇੱਕ ਡਰਾਮੇਬਾਜ਼ ਬੰਦਾ ਹੈ, ਦਿਸ਼ਾਹੀਨ ਬੰਦਾ ਹੈ, ਗੈਰ ਸਿਧਾਂਤਕ ਬੰਦਾ ਹੈ, ਗੈਰ ਅਸੂਲੀ ਬੰਦਾ ਹੈ। ਇੱਕ ਤੁਸੀਂ ਉਹਨੂੰ ਬੜਾ ਸੋਹਣਾ ਡਰਾਮੇਬਾਜ਼ ਤੇ ਛੁਰਲ ਮੁਰਲ ਵੀ ਕਹਿ ਸਕਦੇ ਉਹਨੂੰ। ਹੁਣ ਸਿੱਧੂ ਸਾਹਿਬ ਨੂੰ ਪੁੱਛੋ ਬਈ, ਜਦੋਂ ਬੀਜੇਪੀ ਤੇ ਆਰਐਸਐਸ ਵਿੱਚ ਸੀ ਤੂੰ, ਸਭ ਤੋਂ ਪਹਿਲਾਂ ਭਰਾਵਾ ਤੂੰ ਹਮਨ ਕੀਤਾ ਤੇ ਫਿਰ ਤੂੰ ਪਾਇਆ ਜਨੇਊ ਪਾਈਆ, ਫਿਰ ਤੈਨੂੰ ਉਦੋਂ ਸਿੱਖ ਯਾਦ ਨਹੀਂ ਸੀ। ਫਿਰ ਜੇ ਤੂੰ ਕਹਿੰਦਾ ਮੈਂ ਸਾਰਿਆਂ ਦਾ, ਕਦੇ ਮੁਸਲਮਾਨਾਂ ਨੂੰ ਜੱਫੀ ਪਾਉਣਾ ਕਦੇ ਈਸਾਈਆਂ ਨੂੰ, ਉਦੋਂ ਭਈ ਭਲਿਆ ਮਾਨਸਾ ਜਦੋਂ ਬੀਜੇਪੀ ਆਰਐਸਐਸ ਵਾਲਿਆਂ ਨੇ ਮਸਜਿਦਾਂ ਤੇ ਹਮਲੇ ਕੀਤੇ ਤੇ ਤੂੰ ਸਭ ਤੋਂ ਪਹਿਲਾਂ ਮੁਸਲਮਾਨਾਂ ਦੇ ਉਲਟ ਜਾ ਕੇ ਅੰਮ੍ਰਿਤਸਰ ਦੀ ਮਸਜਿਦ ਤੇ ਹਮਲਾ ਕਰਤਾ, ਤੈਨੂੰ ਅਸੀਂ ਭਜਾਇਆ ਜਾ ਕੇ, ਅਕਾਲੀ ਦਲ ਅੰਮ੍ਰਿਤਸਰ ਨੇ ਤੈਨੂੰ ਭਜਾਇਆ। ਫਿਰ ਮੈਨੂੰ ਸਿੱਧੂ ਸਾਹਿਬ ਇਹ ਵੀ ਜਵਾਬ ਦੇ ਕਿ ਨਾ ਤਾਂ ਤੂੰ 1 ਜੂਨ 2015 ਨੂੰ ਆਇਆ, ਨਾ ਤੂੰ 16 ਨੂੰ ਆਇਆ, ਨਾ ਤੂੰ 17 ਨੂੰ ਆਇਆ। ਉਦੋਂ ਸਰਕਾਰ ਵੀ ਭਾਈਵਾਲੀ ਹਾਂ ਭਾਈਵਾਲੀ ਸੀ, ਕਿਉਂ ਨਹੀਂ ਆਇਆ? ਇਹਦਾ ਮਤਲਬ ਕਿ ਸਿਆਸਤ ਡਰਾਮੇਬਾਜ਼ੀ ਹੈ, ਕੁਰਸੀ ਦੀ ਸਿਆਸਤ ਕਰ ਰਿਹਾ। ਤੇ ਫਿਰ ਹੁਣ ਉਹ ਕਹਿ ਰਿਹਾ ਹੈ ਕਿ ਸੋਤੇ ਨੂੰ ਡੀਜੀਪੀ ਲਾਤਾ, ਮਾੜੀ ਗੱਲ ਹੈ। ਅਸੀਂ ਕਹਿੰਦੇ ਅਸੀਂ ਕਿਹੜਾ ਹੱਕ 'ਚ ਹਾਂ? ਫਿਰ ਤੁਸੀਂ ਦੱਸੋ। ਦੂਜੇ ਪਾਸੇ ਉਹ ਕਹਿੰਦੇ ਆ ਵੀ ਉਹਦਾ ਵਕੀਲ ਸੈਣੀਆਂ ਵਾਲਾ ਲਾਤਾ, ਗਲਤ ਗੱਲ ਨਹੀਂ ਲਾਉਣਾ। ਅਸੀਂ ਕਹਿੰਦੇ ਕੱਢੋ ਬਾਹਰ, ਕੱਢੋ ਬਾਹਰ। ਫਿਰ ਤੁਸੀਂ ਇਹ ਵੀ ਕਹਿੰਦੇ ਹੋ ਕਿ ਸਾਨੂੰ ਬੀਬੀਆਂ ਦੀ ਇੱਜ਼ਤ ਕਰਨੀ ਚਾਹੀਦੀ ਆ, ਤੁਸੀਂ ਇਹ ਵੀ ਕਹਿੰਦੇ ਹੋ ਸਾਨੂੰ ਸਾਰਿਆਂ ਦੀ ਇੱਜ਼ਤ ਕਰਨੀ ਚਾਹੀਦੀ ਆ। ਫਿਰ ਤੇਰੀ ਪਾਰਟੀ ਦੇ ਵਿੱਚ ਗੁਰਕੀਰਤ ਹੈ ਇੱਕ ਮੁੰਡਾ, ਬੇਅੰਤ ਸਿੰਘ ਬੁੱਚੜ ਮੁੱਖ ਮੰਤਰੀ ਦਾ ਮੁੰਡਾ ਹੈ, ਪੁੱਤਰ ਹੈ। ਉਹਨੇ ਫਰਾਂਸ ਤੋਂ ਬੀਬੀ ਆਈ, ਉਹਦੀ ਕੇਤੀਆ ਦੀ ਬੀਬੀ ਦੀ ਇੱਜ਼ਤ ਨੂੰ ਹੱਥ ਪਾ ਲਿਆ। ਜਦੋਂ ਉਹਦੀ ਇੱਜ਼ਤ ਨੂੰ ਹੱਥ ਪਾ ਲਿਆ, ਕੋਈ ਮਾਈ ਦਾ ਲਫ਼ਜ਼ ਬੋਲਿਆ ਹੀ ਨਹੀਂ। ਫਿਰ ਸਿਮਰਜੀਤ ਸਿੰਘ ਮਾਨ ਬੋਲਿਆ, ਬੇਅੰਤ ਸਿੰਘ ਚੀਫ ਮਿਨਿਸਟਰ ਦੇ 9 ਮਹੀਨੇ ਜੇਲ੍ਹ 'ਚ ਬੰਦ ਰੱਖਿਆ ਨੂੰ। ਫਿਰ ਉਹ ਕਹਿੰਦਾ ਵੀ ਮਾਨ ਸਾਹਿਬ ਦੀ ਜੇ ਘਰ 'ਚ ਜੇਲ੍ਹ ਬਣਾਉਣੀ ਆ, ਮਾਨ ਸਾਹਿਬ ਕਹਿੰਦਾ ਬਣਾਓ, ਬੇਅੰਤ ਕਹਿੰਦਾ। ਫਿਰ ਤੂੰ ਜੇ ਇਹ ਰੱਖਾਂ ਤੇ ਫਿਰ ਤੂੰ ਆਪਦੀ ਪਾਰਟੀ 'ਚੋਂ ਕਾਂਗਰਸ ਦੇ ਗੁਰਕੀਰਤ ਨੂੰ ਕੱਢਣ ਦੀ ਗੱਲ ਕਰ ਖਾਂ, ਗੁਰਕੀਰਤ ਨੂੰ ਵੀ ਕੱਢੋ। ਤੇ ਫਿਰ ਜਿਨ੍ਹਾਂ ਨੇ ਦਰਬਾਰ ਸਾਹਿਬ ਢਾਇਆ ਬਈ ਉਹ ਵੀ ਕੱਢੋ। ਫਿਰ ਤੂੰ ਇਹ ਵੀ ਕਹੇ ਨਾ ਇਹ ਕਾਂਗਰਸ ਪਾਰਟੀ ਬਹੁਤ ਮਾੜੀ ਜਿਹਨੇ ਦਰਬਾਰ ਸਾਹਿਬ ਢਾਇਆ, 2500 ਗੁਰੂ ਗ੍ਰੰਥ ਸਾਹਿਬ ਦੀ ਭੀੜ ਅਗਨ ਭੇਟ ਕਰ ਦਿੱਤੀ, ਉਹ ਤਾਂ ਫਿਰ ਤੂੰ ਬੋਲਦਾ ਹੀ ਨਹੀਂ। ਫਿਰ ਮੈਨੂੰ ਦੱਸ, ਹਾਥੀ ਤੇ ਦੰਦ ਖਾਣ ਨੂੰ ਹੋਰ ਤੇ ਵਿਖਾਉਣ ਨੂੰ ਹੋਰ, ਬੇਸੁਲੀ ਕਦੇ ਗੱਲ ਨਹੀਂ ਚੱਲਦੀ। ਹੁਣ ਤੁਸੀਂ ਲੋਕਾਂ ਨੂੰ ਇੱਕ ਵਾਰੀ ਮੂਰਖ ਬਣਾ ਲਓਗੇ, 2 ਵਾਰੀ ਬਣਾ ਲਓਗੇ, 3 ਵਾਰੀ ਬਣਾ ਲਓਗੇ, 4 ਵਾਰੀ ਬਣਾ ਲਓਗੇ। ਹੁਣ ਯੁੱਗ ਆ ਗਿਆ, ਦੁਨੀਆ ਦੇ ਗਲੋਬਲਾਈਜੇਸ਼ਨ ਹੋ ਚੁੱਕਾ ਹੈ, ਪੂਰੇ ਕੰਪਿਊਟਰ ਯੁੱਗ ਆ ਰਿਹਾ, ਦੁਨੀਆ ਮੁੱਠੀ ਦੇ ਵਿੱਚ, ਹਰੇਕ ਬੱਚਾ ਵੀ ਸਾਥੋਂ ਜਵਾਬ ਪੁੱਛਦਾ ਹੈ। ਪਰ ਭਾਈ ਇਹ ਲੇਖਾ ਜੋਖਾ ਤਾਂ ਤੁਹਾਨੂੰ ਲੈਣਾ ਪੈਂਦਾ। ਤੂੰ ਤਾਂ ਉਦੋਂ ਨਹੀਂ ਬੋਲਿਆ ਮੋਦੀ ਨੇ, ਜਦੋਂ ਹੁਣ ਤਾਂ ਕਹਿੰਦਾ ਮੈਂ ਕਿਸਾਨਾਂ ਦਾ ਰੱਖਾਂ, ਤੇ ਮੋਦੀ ਦਾ ਜਦੋਂ 60,000 ਕਿਸਾਨਾਂ ਦਾ ਉਜਾੜਾ ਕੀਤਾ ਉਦੋਂ ਤਾਂ ਗੁਜਰਾਤ 'ਚ ਅਸੀਂ ਗਏ ਹਾਂ, ਕੋਈ ਯੂਨੀਅਨ ਗਈ ਨਹੀਂ, ਅਸੀਂ ਉਦੋਂ ਕਿਉਂ ਨਹੀਂ ਬੋਲਿਆ? ਇਸ ਕਰਕੇ ਠੀਕ ਹੈ ਜੇ ਸਿੱਧੂ ਇਹ ਬੋਲਦਾ, ਪਰ ਉਹ ਸਿਧਾਂਤਕ ਤੌਰ ਤੇ ਨਹੀਂ ਬੋਲ ਰਿਹਾ, ਸਿਆਸਤ ਦੀ ਡਰਾਮੇਬਾਜ਼ੀ ਕਰ ਰਿਹਾ। ਉਹ ਪਤਾ ਹੁਣ ਕੀ ਕਹਿ ਰਿਹਾ, ਕਿਉਂਕਿ ਵੀ ਹੁਣ ਇਹਨੂੰ ਵੀ ਟਰੈਕ ਤੋਂ ਲਾਦਾ। ਹੁਣ ਲੋਕਾਂ ਨੂੰ ਕਹੋ ਕਿ ਮੈਨੂੰ ਚੀਫ ਮਿਨਿਸਟਰ ਬਣਾਓ ਤੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਫੜੂੰਗਾ। ਇਸ ਕਰਕੇ ਤੁਹਾਡੀਆਂ ਅੱਖਾਂ ਵਿੱਚ ਮੋਮ ਪਾ ਕੇ ਤੁਹਾਡੇ ਨਾਲ ਫਿਰ ਧੋਖਾ ਕਰਨ ਨੂੰ ਉਸ ਐਂਗਲ ਤੋਂ ਜਾ ਰਿਹਾ। ਇਹ ਜਵਾਬ ਰਹਿਣ। ਵੇਖੋ, ਨਾ ਤਾਂ ਕੈਪਟਨ ਨੇ ਫੜਨਾ, ਉਹਦਾ ਦੇਖ ਲਿਆ। ਅਸੀਂ ਪਹਿਲਾਂ ਕਹਿੰਦੇ ਸੀ ਨਾ ਆਪਣਾ ਚੰਨੀ ਫੜ ਸਕੇ, ਬਾਦਲ ਨੇ ਤਾਂ ਫੜਨੇ ਕੀ ਹੈ, ਤੇ ਫਿਰ ਨਾ ਹੀ ਆਪ ਫੜੇ, ਕਹਿੰਦੇ ਸੀ ਫੜ ਲਾਂਗੇ, ਉਹ ਆਪ ਵਾਲੀ ਨੇ ਫੜ ਲਓ। ਉਹਨੂੰ ਕਹਿੰਦੇ ਤੂੰ ਸਵਾਹ ਫੜਨਾ, ਤੂੰ ਤਾਂ ਕਹਿਣਾ ਮੇਰੀ ਪੰਜਾਬ 'ਚ ਸਰਕਾਰ ਆ ਗਈ। ਉਹਨੂੰ ABP ਚੈਨਲ ਨੇ ਪੁੱਛਿਆ ਵੀ ਕੀ ਕਰੇਗਾ, ਕਹਿੰਦਾ ਜੇ ਪੰਜਾਬ 'ਚ ਮੇਰੀ ਸਰਕਾਰ ਆ ਗਈ ਨਾ ਵੀ ਤੁਸੀਂ ਕੀ ਕਰੋਗੇ। ਕੁਐਸਚਨ ਬਣਾ ਲਿਆ ਬੜਾ ਸੋਹਣਾ ਉਹਨੇ। ਇਹ ਕੁਐਸਚਨ ਇਹ ਬਣਾ ਲਿਆ, ਉਹ ਕਹਿੰਦਾ ਪੰਜਾਬ 'ਚ ਮੈਂ ਬਹੁਤ ਕੁਝ ਵਧੀਆ ਕਰ ਦੇਣਾ। ਨਾ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ, ਨਾ ਫੋਰਨ ਪੋਲਿਸੀ ਦੀ ਕੀਤੀ, ਨਾ ਇਕਨੋਮਿਕ ਪੋਲਿਸੀ ਦੀ ਗੱਲ ਕੀਤੀ, ਨਾ ਬੀਬੀਆਂ ਤੇ ਜ਼ਬਰ ਨਾਲ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੀਤੀ, ਨਾ ਜੇਲ੍ਹਾਂ 'ਚ ਗੱਲ ਕੀਤੀ, ਕੋਈ ਗੱਲ ਹੀ ਨਹੀਂ ਕੀਤੀ। ਕਹਿੰਦਾ ਜਦੋਂ ਵੀ ਮੈਂ ਪੰਜਾਬ ਦੀ ਧਰਤੀ ਤੇ ਆਇਆ ਨਿਰੰਕਾਰੀ ਦਾ ਬੁੱਤ 250 ਫੁੱਟ ਦਾ ਕੱਢ ਦੇਣਾ। ਹੁਣ ਐਂ ਕਰੋ, ਨਿਰੰਕਾਰੀ ਕੌਣ ਹੈ? ਜਿਹਨੇ 13 ਸਿੰਘ ਸ਼ਹੀਦਾਂ ਜੀ ਦਾ ਅੱਗ ਲਾਈ ਹੈ, ਉਹਨੇ ਲਾਈ। ਅੱਜ ਤੱਕ ਅੱਗ ਲਾਈ ਹੈ ਪ੍ਰਕਾਸ਼ ਸਿੰਘ ਬਾਦਲ ਨੇ ਬਚਾਇਆ। ਇਹਦਾ ਮਤਲਬ ਨਿਰੰਕਾਰੀ ਦੇ ਹੱਥ ਵਿੱਚ ਪ੍ਰਕਾਸ਼ ਸਿੰਘ ਬਾਦਲ ਵੀ ਆ, ਤੇ ਇਹਦਾ ਮਤਲਬ ਉਹਦੇ ਹੱਕ 'ਚ ਕੇਜਰੀਵਾਲ ਵੀ ਆ। ਹੁਣ ਉਹਦਾ ਇੱਕ ਕੇਜਰੀਵਾਲ ਦਾ ਦੀਪਕ ਵਾਜਪਾਈ ਆ ਪੰਜਾਬ ਦਾ, ਪਹਿਲਾਂ ਰਾਜਸਥਾਨ ਦਾ ਸੀ। ਉਹ ਕਹਿੰਦਾ ਸਮੇਤ ਸਿੰਘ ਸਾਡਾ ਸੈਣੀ, ਜਿਹੜਾ ਸਾਡਾ ਹੀਰੋ ਆ।
ਜੇ ਸਮੇਤ ਸਿੰਘ ਸੈਣੀ ਹੀਰੋ ਹੈ ਤੇ ਫਿਰ ਦੱਸੋ ਪੰਜਾਬ ਦਾ ਰਾਖਾ ਕੌਣ ਹੈ? ਦੱਸੋ ਤਾਂ ਸਹੀ। ਦੂਜੇ ਪਾਸੇ ਇੱਕ ਗੱਲ ਨਵੀਂ, ਕੇਜਰੀਵਾਲ ਇੱਥੇ ਆ ਗਿਆ, ਕਿੱਥੇ ਆ ਗਿਆ? ਭਾਈ ਭਗਤੇ ਗਪੌੜ ਮਾਰੀ ਜਾਂਦਾ। ਮੈਨੂੰ ਲੱਗਦਾ ਜਿੰਨੇ ਝੂਠ ਕੇਜਰੀਵਾਲ ਵੱਲ ਦਾ ਬੋਲਦਾ ਹੀ ਕੋਈ ਨਹੀਂ। ਕਹਿੰਦਾ ਮੋਦੀ ਨੇ 3 ਕਾਲੇ ਕਾਨੂੰਨ ਹੈ ਤੇ ਕਹਿੰਦਾ ਮੈਂ ਇਹ ਜਿਹੜੀ ਸਭਾ ਕਰ ਰਿਹਾ ਕਿਸਾਨ ਮਹਾਪੰਚਾਇਤ ਹੈ, ਕਹਿੰਦਾ ਨਾ ਕਿਸਾਨ ਮਹਾਪੰਚਾਇਤ ਕਰੀ ਜਾਂਦਾ ਹੈ ਤੇ ਕਹਿੰਦਾ ਮੁੱਖ ਮੰਤਰੀ ਮੈਨੂੰ ਬਣਾ ਦੇ। ਦੱਸੋ ਵੀ ਜੇ ਕਹਾਂ ਕਿਸਾਨਾਂ ਦੀ ਮਹਾਪੰਚਾਇਤ ਹੈ ਉਹਦੇ 'ਚ ਕੋਈ ਕਿਸਾਨ ਬੰਦਾ ਹੈਗਾ ਜੀ? ਉੱਥੇ ਜਾ ਕੇ ਪਤਾ ਕਹਿੰਦਾ ਜਿਹੜੇ 3 ਕਾਲੇ ਕਾਨੂੰਨ ਆ ਉਹਦੇ ਵਿਰੁੱਧ ਮੈਂ ਚਿੱਠੀ ਲਿਖੀ ਆ। ਉਹ 3 ਕਾਲੇ ਕਾਨੂੰਨਾਂ ਨੂੰ ਸਭ ਤੋਂ ਪਹਿਲਾਂ ਤਾਂ ਕੈਪਟਨ ਨੇ ਵੀ ਯੈਸ ਕੀਤੀ, ਗਲੋਤ ਨੇ ਵੀ ਯੈਸ ਕੀਤੀ, ਬਾਦਲ ਨੇ ਵੀ ਯੈਸ ਕੀਤੀ ਤੇ ਤੂੰ ਵੀ ਯੈਸ ਕੀਤੀ। ਓਕੇ, ਜਦੋਂ ਪਰਾਲੀ ਦਾ ਬਿੱਲ ਬਣਿਆ ਤੇ ਮੋਦੀ ਨੂੰ ਵਧਾਈਆਂ ਤੇ ਇਹ ਆ ਵੀ ਕਿਸਾਨਾਂ ਨੂੰ 1 ਕਰੋੜ ਰੁਪਇਆ ਜੁਰਮਾਨਾ ਕਰੋ ਤੇ ਇਹਨੇ ਵਧਾਈਆਂ ਦਿੱਤੀਆਂ। ਫਿਰ ਦੂਜੇ ਪਾਸੇ ਕਹਿੰਦਾ ਜੀ ਮੋਦੀ ਮੈਨੂੰ ਕਹਿੰਦਾ ਸੀ ਕਿ ਮੈਨੂੰ ਗਰਾਊਂਡ ਦੇ ਖੇਡ ਦੇ ਤੇ ਮੈਂ ਜਵਾਬ ਦਿੱਤਾ ਮੈਂ ਨਹੀਂ ਕਿਸਾਨ ਕਰਨੇ। ਝੂਠ ਬੋਲੀ ਜਾਂਦਾ ਸਾਨੂੰ। ਅਸੀਂ 27 ਤਰੀਕ ਨੂੰ ਦਿੱਲੀ ਸਭ ਤੋਂ ਪਹਿਲਾਂ ਪਹੁੰਚੇ ਟਰੈਕਟਰ ਲੈ ਕੇ, ਸਾਰੇ ਨਾਕੇ ਤੋੜ ਕੇ ਮਜਨੂ ਟਿੱਲੇ ਤੇ ਮੈਨੂੰ ਤੇ ਮੇਰੀ ਟੀਮ ਨੂੰ ਗ੍ਰਿਫਤਾਰ ਕਰ ਲਿਆ। ਮੈਨੂੰ ਗ੍ਰਿਫਤਾਰ ਕਰਕੇ ਲੈ ਗਏ ਹਰੀਨਗਰ ਦੇ ਸਟੇਡੀਅਮ 'ਚ, ਉਹ ਕੇਜਰੀਵਾਲ ਦਾ ਸਟੇਡੀਅਮ ਸੀ, ਉੱਥੇ ਸਾਨੂੰ ਬੰਦ ਰੱਖਿਆ। ਜਦੋਂ ਅਸੀਂ ਰੌਲਾ ਪਾਤਾ ਵੀ ਇਹ ਕੇਜਰੀਵਾਲ ਨੇ ਦੇਤੇ ਮੁੜ ਕੇ ਇੱਕ ਫਰਜ਼ੀ ਚਿੱਠੀ ਕੱਢਤੀ। ਮੈਂ ਕੇਜਰੀਵਾਲ ਨੂੰ ਕਿਹਾ ਕੇਜਰੀਵਾਲ ਸਾਹਿਬ ਇੱਕ ਬੇਨਤੀ ਤੁਹਾਨੂੰ ਮੈਂ ਕਰਦਾ, ਕੇਜਰੀਵਾਲ ਸਾਹਿਬ ਤੁਸੀਂ ਐਂ ਕਰੋ, ਤੁਸੀਂ ਮੈਂ ਐਪਲੀਕੇਸ਼ਨ ਦਿੰਦਾ ਕਿ ਸਾਨੂੰ ਹਰੀਨਗਰ ਦੇ ਸਟੇਡੀਅਮ ਜੋ ਤੇਰੇ ਅੰਡਰ ਲੈ ਕੇ ਗਏ ਮੈਂ ਐਪਲੀਕੇਸ਼ਨ ਦਿੰਦਾ ਤੇ ਇਹਨਾਂ ਸਾਨੂੰ ਧੱਕੇ ਨਾਲ ਲਗਾਏ, ਤੂੰ ਫਿਰ 452 ਦਾ ਪਰਚਾ ਦੇ ਕਰਦੇ ਕਿਉਂਕਿ ਧੱਕੇ ਨਾਲ ਵੜਨਾ, ਕਿਸੇ ਦੇ ਸਟੇਡੀਅਮ 'ਚ ਧੱਕੇ ਨਾਲ ਨਹੀਂ ਵੜਨਾ, ਉਹਦੇ ਵੜ ਨਹੀਂ ਸਕਦਾ। ਫਿਰ ਕੁਛ ਨਹੀਂ, ਸਭ ਤੋਂ ਪਹਿਲਾਂ ਟੈਂਟ ਇਹਨੇ ਸਾਡੇ ਪੱਟੇ, ਲਾਈਟਾਂ ਸਾਨੂੰ ਪੱਟੀਆਂ, ਆਹ ਸਾਰੇ ਸਿੰਘ ਆ 12 13 ਇਹਨੇ ਭੇਜੇ ਕਿਸਾਨਾਂ ਨੇ। ਇਸ ਕਰਕੇ ਇਹ ਸਾਰੇ ਇੱਕੋ ਥੈਲੀ ਦੇ ਵੱਟੇ ਆ। ਪੰਜਾਬ ਨੂੰ ਥੋੜ੍ਹੀ ਸੋਚ ਵਿਚਾਰਨਾ ਚੱਲਣਾ ਚਾਹੀਦਾ। ਇਹਨਾਂ ਤੋਂ ਪੰਜਾਬ ਦਾ ਨਾ ਅੱਜ ਭਲਾ ਹੋ ਸਕਦੇ ਨੇ, ਕੱਲ੍ਹ ਭਲਾ ਹੋ ਸਕਦੇ। ਤੇ ਅਖੀਰ ਦੇ ਵਿੱਚ ਮੈਂ ਕਹਿਣਾ ਵੀ 14 ਅਕਤੂਬਰ ਨੂੰ 2 ਸਿੰਘਾਂ ਦੀ ਜਿਹੜੀ ਸ਼ਹੀਦੀ ਹੈ ਉਹ ਮਨਾਈ ਜਾ ਰਹੀ ਹੈ। ਉੱਥੇ ਭਈ ਸਾਰੇ ਪਹੁੰਚਣ। ਕਈ ਵੱਲ ਕਹਿੰਦੇ ਆ ਨਿਰਾਸ਼ਾਵਾਦੀ ਨਹੀਂ ਹੋਣੀ ਚਾਹੀਦੀ। ਕੁਝ ਕਹਿੰਦੇ ਆ ਵੀ ਨਾ ਤਾਂ ਸਾਨੂੰ ਕਾਂਗਰਸ ਨੇ ਪੱਲੇ ਪਾਇਆ, ਨਾ ਸਾਨੂੰ ਚੰਨੀ ਨੇ ਪਾਉਣਾ, ਨਾ ਬਾਦਲ ਨੇ ਪਾਇਆ, ਨਾ ਕੇਜਰੀਵਾਲ ਨੇ ਪਾਇਆ, ਤੇ ਹੁਣ ਅਸੀਂ ਜਿੱਤਾਂਗੇ ਕਿਵੇਂ? ਸਿੱਖਾਂ ਨੂੰ ਕਦੇ ਦਿਲ ਨਹੀਂ ਛੱਡਣਾ, ਜਿੱਤਾਂਗੇ ਲਾਜ਼ਮੀ। ਕਿਵੇਂ? ਕਿਉਂਕਿ ਇੱਕ ਸੀ ਦਵਿੰਦਰਪਾਲ ਭੁੱਲਰ, ਉਹ ਜਰਮਨ ਤੋਂ ਆਇਆ ਸੀ, ਉਹਨੂੰ ਸਜ਼ਾ ਕਰਤੀ ਲੋਅਰ ਕੋਰਟ ਨੇ, ਮੌਤ ਦੀ, ਸੈਸ਼ਨ ਕੋਰਟ ਨੇ, ਹਾਈ ਕੋਰਟ ਨੇ, ਸੁਪਰੀਮ ਕੋਰਟ ਨੇ। ਅਸੀਂ ਲੱਖ ਸਾਈਨ ਕਰਾ ਕੇ ਵਿਰੋਧ ਕੀਤਾ, ਰੁਕੀ। ਫਿਰ ਰਾਸ਼ਟਰਪਤੀ ਨੇ ਕਰਤੀ, ਕਹਿੰਦੇ ਫਾਂਸੀ ਲੱਗਣੀ ਹੈ, ਅਸੀਂ ਵਿਰੋਧ ਕੀਤਾ। ਇਸੇ ਤਰੀਕੇ ਰਾਜਵਾਨਾ ਨੇ ਕਰਤਾ ਬਈ ਸਾਰੀਆਂ ਕੋਰਟਾਂ ਨੇ ਕਹਿੰਦੇ ਲੱਗੂਗੀ। ਸਾਡਾ ਗਿਆਨੀ ਗੁਰਬਚਨ ਸਿੰਘ ਕਹਿੰਦਾ ਚਲੋ ਜੀ ਹੁਣ ਫਾਂਸੀ ਲੱਗਣੀ ਹੈ 27 ਤਰੀਕ ਨੂੰ, ਤੇ ਉਹ ਕਹਿੰਦਾ ਜੀ ਤੂੰ ਅੰਮ੍ਰਿਤ ਵੀ ਛਕ ਲਾ, ਸਰੋਪਾ ਵੀ ਪਾ ਲਾ ਤੇ ਕੇਸਰੀ ਦਸਤਾਰ ਵੀ, ਤੇ ਵਾਹਿਗੁਰੂ ਜੀ ਕਾ ਖਾਲਸਾ ਬੁਲਾ ਕੇ ਕਹਿੰਦਾ ਫਾਂਸੀ ਚੜ੍ਹ ਜੀ। ਅਸੀਂ ਕਿ ਕੌਮ ਸਿਰ ਥੋੜ੍ਹੀ ਕਰਦੇ ਆ। ਫਿਰ ਅਸੀਂ ਲੁਧਿਆਣੇ ਮੀਟਿੰਗ ਕੀਤੀ। ਅਸੀਂ ਫਿਰ ਸਾਰਿਆਂ ਨੇ ਕਿਹਾ, ਸਰਦਾਰ ਸਿਮਰਜੀਤ ਸਿੰਘ ਮਾਨ ਨੇ ਕਿਹਾ, ਮੀਟਿੰਗ ਕਰਕੇ 1 ਮਾਰਚ ਅਸੀਂ ਰੱਖਤਾ ਤਲਵੰਡੀ ਸਾਬੋ ਤੋਂ ਪਟਿਆਲਾ ਜੇਲ੍ਹ, 1 ਰੱਖਤਾ ਅਕਾਲ ਤਖਤ ਸਾਹਿਬ ਤੋਂ, 1 ਰੱਖਤਾ ਅਨੰਦਪੁਰ ਸਾਹਿਬ ਤੋਂ ਪਟਿਆਲਾ ਜੇਲ੍ਹ ਨੂੰ। ਸਾਨੂੰ ਗ੍ਰਿਫਤਾਰ ਕਰ ਲਿਆ ਤਲਵੰਡੀ ਸਾਬੋ ਤੇ ਤੜਕੇ ਨੂੰ ਵਿਰੋਧ ਕੀਤਾ, ਪੰਜਾਬ ਉੱਠ ਖੜਿਆ, ਨੀਲੀਆਂ ਕੇਸਰੀ ਝੰਡੀਆਂ, ਤੜਕੇ ਨੂੰ ਫਾਂਸੀ ਬੰਦ ਹੋ ਗਈ। ਉਹ ਜੇ ਹਾਈ ਕੋਰਟ ਦੇ, ਸੁਪਰੀਮ ਕੋਰਟ ਦੇ ਰਾਸ਼ਟਰਪਤੀ ਦੇ ਫੈਸਲੇ ਨੂੰ ਲੋਕ ਫੈਸਲਾ ਲੱਦ ਸਕਦੇ ਆ। ਇਸੇ ਤਰੀਕੇ ਗੁਰੂ ਦੀ ਬੇਅਦਬੀ ਕਰਨ ਵਾਲੇ ਤੇ ਕਿਸਾਨਾਂ ਨੂੰ ਕਰਨਾ, ਉਹਨਾਂ ਨੂੰ ਇੱਕ ਦਿਨ ਸਜ਼ਾ ਮਿਲੂ। ਡਰਨਾ ਨਹੀਂ ਚਾਹੀਦਾ, ਲੜਨਾ ਚਾਹੀਦਾ, ਜਿੱਤਾਂਗੇ ਜ਼ਰੂਰ। ਬਹੁਤ ਬਹੁਤ ਧੰਨਵਾਦ। ਤਾਂ ਗੱਲਬਾਤ ਕੀਤੀ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨਾਲ। ਬਰਸੀ ਆ ਰਹੀ ਹੈ ਉਸ ਦੇ ਸਬੰਧ ਦੇ ਵਿੱਚ, ਤਾਂ ਉਹਨਾਂ ਦਾ ਕਹਿਣਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਪਹੁੰਚਣਾ ਚਾਹੀਦਾ ਤੇ ਇਨਸਾਫ ਸਾਨੂੰ ਮਿਲ ਕੇ ਰਹੇਗਾ। ਇਸ 'ਤੇ ਵੀ ਉਹਨਾਂ ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਅਤੇ ਕੇਜਰੀਵਾਲ ਨੂੰ ਵੀ ਆਪਣੇ ਸਵਾਲਾਂ ਦੇ ਵਿੱਚ ਘੇਰਿਆ। ਕੈਮਰਾ ਪਰਸਨ ਹਿਮਤਾਜ ਢਿੱਲੋਂ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕ ਵਾਈ ਟੀਵੀ।